गुड मॉर्निंग स्टूडेंट। बेटा जी अज असी करांगे किस्सा काव्य विच कादर यार दा किस्सा पूरन भगत। तो बेटा सिर लेख लिया है 3rd नंबर दा माँ ते पुत्र दा मेल। ਇਹਦੇ ਵਿੱਚ ਅਸੀਂ ਊੜਾ ਭਾਗ ਪੜਾਂਗੇ। ਕਹਿੰਦੇ ਮੀਮ ਮਿਲਣ ਆਈ ਮਾਤਾ ਇਸ਼ਰਾਏ ਦੱਸੋ ਲੋਕੋ ਆਇਆ ਸਾਧ ਕੋਈ। ਕਹਿੰਦੇ ਕਿ ਜਦੋਂ ਪੂਰਨ ਭਗਤ ਜਿਹੜਾ ਆਂਦਾ ਬਾਗ ਦੇ ਵਿੱਚ ਆਂਦਾ, ਸਿਆਲਕੋਟ ਦੇ ਬਾਗ ਦੇ ਵਿੱਚ ਆਂਦਾ ਤੇ ਲੋਕ ਮਤਲਬ ਜਿਹੜੀ ਮਾਤਾ ਇਸ਼ਰਾ ਹੈ ਉਹ ਲੋਕਾਂ ਨੂੰ ਪੁੱਛਦੀ ਕਿ ਤੁਸੀਂ ਸੱਚ ਮੈਨੂੰ ਦੱਸੋ ਕਿ ਇੱਥੇ ਕੋਈ ਸਾਧ ਆਇਆ। ਮੇਰੇ ਪੁੱਤਰ ਦਾ ਬਾਗ ਵੈਰਾਨ ਪਿਆ ਫਿਰ ਲੱਗਾ ਹੈ ਕਰਨ ਆਬਾਦ ਕੋਈ। ਕਹਿੰਦੇ ਕਿ ਉਸ ਬਾਗ ਦੇ ਵਿੱਚ ਆਇਆ ਜਿਹੜਾ ਕਿ ਮੇਰੇ ਪੁੱਤਰ ਦੇ ਜਾਣ ਦੇ ਨਾਲ ਬਾਗ ਜਿਹੜਾ ਵਿਰਾਨ ਹੋ ਗਿਆ ਸੀ, ਸੁੱਕਾ ਸੜਿਆ ਹੋ ਗਿਆ ਸੀ ਤੇ ਉਹਨੂੰ ਹਰਿਆ ਭਰਿਆ ਕਰ ਦਿੱਤਾ ਵਾ। ਠੀਕ ਹੈ, ਉਹਦੇ ਆਉਣ ਤੇ ਜਿਹੜਾ ਬਾਗ ਸੀ ਉਹ ਹਰਿਆ ਭਰਿਆ ਹੋ ਗਿਆ ਹੈ ਤੇ ਉਹਦੇ ਨਾਲ ਜਿਹੜੀ ਉਹਦੀ ਪ੍ਰਸਿੱਧੀ ਜਿਹੜੀ ਹੈ ਸਾਰੇ ਪਾਸੇ ਫੈਲ ਗਈ ਪੂਰਨ ਭਗਤ ਦੀ। ਮੈਂ ਵੀ ਲੈ ਆਵਾਂ ਦਾਰੂ ਅੱਖੀਆਂ ਦਾ ਪੂਰਨ ਛੱਡ ਨਾ ਗਿਆ ਸਵਾਦ ਕੋਈ। ਕਹਿੰਦੇ ਕਿ ਇੰਨਾ ਮਹਾਨ ਸਾਧੂ ਆਇਆ ਵਾ ਸਾਡੇ ਦੇ ਮਤਲਬ ਬਾਗ ਦੇ ਵਿੱਚ ਕਿ ਜਿਹੜੇ ਉਜੜੇ ਬਾਗ ਜਿਹੜਾ ਹਰਾ ਹੋ ਗਿਆ। ਤੇ ਕਹਿੰਦੇ ਕਿ ਮੈਂ ਵੀ ਆਪਣੀਆਂ ਅੱਖਾਂ ਦਾ ਜਿਹੜੀ ਦਵਾ ਦਾਰੂ ਲੈਵਾਂ ਤਾਂ ਜੋ ਜਿਹੜੀ ਮਤਲਬ ਪੂਰਨ ਭਗਤ ਦੇ ਗਮ ਦੇ ਵਿੱਚ ਰੋ ਰੋ ਕੇ ਜਿਹੜਾ ਸੀ ਉਹਦੀਆਂ ਅੱਖਾਂ ਜਿਹੜੀਆਂ ਸੀ ਚਲੀਆਂ ਗਈਆਂ ਤੇ ਉਹਦੇ ਜਾਣ ਤੇ ਮੇਰੀ ਜ਼ਿੰਦਗੀ ਵਿੱਚ ਕੋਈ ਸਵਾਦ ਨਹੀਂ ਰਿਹਾ। ਠੀਕ ਹੈ, ਕਾਦਰ ਯਾਰ ਮੈਂ ਲੱਖ ਵਟਣੀ ਹਾਂ ਦਾਰੂ ਦੇ ਫਕੀਰ ਮੁਰਾਦ ਕੋਈ। ਤੇ ਕਹਿੰਦੀ ਕਾਦਰ ਯਾਰ ਅੱਗੇ ਕਹਿੰਦਾ ਹੈ ਕਿ ਇਸ਼ਰ ਮਾਤਾ ਇਸ਼ਰਾ ਕਹਿੰਦੀ ਹੈ ਕਿ ਜੇ ਮੇਰੀਆਂ ਅੰਨੀਆਂ ਹੋਈਆਂ ਪੁੱਤਰ ਵਿਯੋਗ ਦੇ ਵਿੱਚ ਰੋ ਰੋ ਕੇ ਅੰਨੀਆਂ ਹੋਈਆਂ ਅੱਖੀਆਂ ਦੇ ਵਾਸਤੇ ਜਿਹੜਾ ਕੋਈ ਦਾਰੂ ਦੇਵੇ ਤੇ ਅੱਖੀਆਂ ਠੀਕ ਹੋ ਜਾਣ। ਤੇ ਕਹਿੰਦੇ ਕਿ ਮੈਂ ਮਤਲਬ ਇਹਦੇ ਵਿੱਚ ਮੇਰੇ ਵਾਸਤੇ ਜਿਹੜੀ ਹੈ ਠੀਕ ਕਰਨ ਦੇ ਮੇਰੀ ਆਸ ਜਿਹੜੀ ਅੱਖਾਂ ਨੂੰ ਠੀਕ ਕਰਨ ਦੀ ਉਹ ਪੂਰੀ ਹੋ ਜਾਏਗੀ। ਠੀਕ ਹੈ ਬੇਟਾ। ਤੇ ਸਭ ਤੋਂ ਪਹਿਲਾਂ ਹੀ ਪ੍ਰਸੰਗ ਇਸ ਤਰ੍ਹਾਂ ਲਿਖਣੇ ਆ। ਕਹਿੰਦੇ ਕਿ ਇਹ ਕਾਵਿ ਟੋਟਾ ਕਾਦਰ ਯਾਰ ਦੇ ਕਿੱਸੇ ਪੂਰਨ ਭਗਤ ਵਿੱਚ ਲਿਆ ਗਿਆ ਹੈ ਅਤੇ ਇਹ ਸਾਹਿਤਮਾਲਾ ਪਾਠ ਪੁਸਤਕ ਵਿੱਚ ਮਾਂ ਪੁੱਤਰ ਦਾ ਮੇਲ ਹੇਠ ਦਰਜ ਹੈ। ਕਿਹੜਾ ਮਤਲਬ ਸਿਰਲੇਖ ਹੈ ਮਾਂ ਪੁੱਤਰ ਦੇ ਮੇਲ ਮਾਂ ਪੁੱਤਰ ਦਾ ਮੇਲ ਹੇਠ ਦਰਜ ਹੈ ਜਾਂ ਇੱਥੇ ਲਿਖੋਗੇ ਮਾਂ ਪੁੱਤਰ ਦਾ ਮੇਲ ਸਿਰਲੇਖ ਹੇਠ ਦਰਜ ਹੈ। ਇਸ ਕਿੱਸੇ ਵਿੱਚ ਕਵੀ ਨੇ ਪੂਰਨ ਭਗਤ ਦੀ ਜੀਵਨ ਕਥਾ ਬਿਆਨ ਕੀਤੀ ਹੈ। ਇਸ ਕਾਵਿ ਟੋਟੇ ਵਿੱਚ ਉਸ ਘਟਨਾ ਦਾ ਜ਼ਿਕਰ ਕੀਤਾ ਗਿਆ ਹੈ ਜਦੋਂ ਪੂਰਨ ਭਗਤ ਜੋਗ ਧਾਰਨ ਕਰਕੇ ਸਿਆਲਕੋਟ ਦੇ ਬਾਗ ਵਿੱਚ ਆਉਂਦਾ ਹੈ ਤੇ ਉਸ ਦੇ ਆਉਣ ਨਾਲ ਸੁੱਕਾ ਹੋਇਆ ਬਾਗ ਹਰਾ ਹੋ ਜਾਂਦਾ ਹੈ, ਜਿਸ ਕਾਰਨ ਉਸ ਦੀ ਮਹਿਮਾ ਦੂਰ ਦੂਰ ਤੱਕ ਫੈਲ ਜਾਂਦੀ ਹੈ। ਵਿਆਖਿਆ ਹੀ ਇਸ ਤਰ੍ਹਾਂ ਲਿਖਾਂਗੇ। ਕਹਿੰਦੇ ਕਾਦਰ ਯਾਰ ਕਵੀ ਕਹਿੰਦਾ ਹੈ ਕਿ ਪੂਰਨ ਭਗਤ ਦੀ ਮਾਂ ਇਸ਼ਰਾ ਲੋਕਾਂ ਨੂੰ ਪੁੱਛ ਰਹੀ ਹੈ ਕਿ ਉਹ ਉਸ ਨੂੰ ਦੱਸਣ ਕਿ ਇਹ ਗੱਲ ਸੱਚ ਹੈ ਕਿ ਇੱਥੇ ਕੋਈ ਸਾਧ ਆਇਆ ਹੈ ਜਾਂ ਇੱਥੇ ਕੋਈ ਸਾਧੂ ਆਇਆ ਹੈ, ਕਿ ਇਹ ਗੱਲ ਠੀਕ ਹੈ ਕਿ ਉਸ ਨੇ ਉਸ ਦੇ ਪੁੱਤਰ ਦੇ ਉਜੜੇ ਤੇ ਵਿਰਾਨ ਬਾਗ ਨੂੰ ਮੁੜ ਤੋਂ ਆਬਾਦ ਮਤਲਬ ਹਰਿਆ ਭਰਿਆ ਕਰ ਦਿੱਤਾ ਹੈ। ਉਹ ਵੀ ਉਸ ਨੂੰ ਮਿਲਣਾ ਚਾਹੁੰਦੀ ਹੈ। ਕਹਿੰਦੀ ਕਿ ਉਹ ਵੀ ਉਸ ਨੂੰ ਮਿਲਣਾ ਚਾਹੁੰਦੀ ਹੈ ਤਾਂ ਜੋ ਉਹ ਵੀ ਪੁੱਤਰ ਵਿਯੋਗ ਵਿੱਚ ਅੰਨੀਆਂ ਹੋਈਆਂ ਅੱਖਾਂ ਦਾ ਦਾਰੂ ਲੈ ਆਵੇ, ਕਿਉਂਕਿ ਪੁੱਤਰ ਵਿਛੋੜੇ ਨਾਲ ਉਸ ਦੇ ਜੀਵਨ ਦਾ ਕੋਈ ਸਵਾਦ ਨਹੀਂ ਰਿਹਾ। ਮਾਤਾ ਇਸ਼ਰਾ ਕਹਿੰਦੀ ਹੈ ਕਿ ਜੇਕਰ ਉਸ ਦੀਆਂ ਅੰਨੀਆਂ ਅੱਖਾਂ ਨੂੰ ਠੀਕ ਕਰਨ ਵਾਲੀ ਆਸ ਪੂਰੀ ਹੋ ਜਾਵੇਗੀ ਤਾਂ ਉਹ ਸਮਝੇਗੀ ਕਿ ਉਸ ਨੂੰ ਜੀਵਨ ਵਿੱਚ ਸਭ ਕੁਝ ਮਿਲ ਗਿਆ। ਠੀਕ ਹੈ ਬੇਟਾ। ਨੈਕਸਟ ਸਾਡਾ ਪੈਰਾ ਹੈ ਐੜੇ ਨੰਬਰ ਤੇ। ਕਹਿੰਦੇ ਨੂਣ ਨਜ਼ਰ ਕੀਤੀ ਪੂਰਨ ਪਰਤ ਡਿੱਠਾ ਮਤ ਆਉਂਦੀ ਏ ਕਿਸੇ ਹਾਲ ਮੰਦੇ। ਹੁਣ ਜਿਹੜਾ ਪੂਰਨ ਭਗਤ ਇਹ ਇੱਕ ਮਹਾਨ ਸਾਧੂ ਬਣ ਚੁੱਕਾ ਸੀ, ਉਹਦੀਆਂ ਅੰਦਰਲੀਆਂ ਇਨਰ ਸੋਲ ਦੀਆਂ ਅੱਖਾਂ ਖੁੱਲ ਚੁੱਕੀਆਂ ਸੀ। ਠੀਕ ਹੈ, ਤੇ ਫਿਰ ਉਹਨੇ ਆਪਣੀ ਪਿੱਛੇ ਨਜ਼ਰ ਮਾਰ ਕੇ ਦੇਖੀ, ਕਹਿਣ ਦਾ ਮਤਲਬ ਕਿ ਅੰਤਰ ਧਿਆਨ ਹੋ ਕੇ ਵੇਖਿਆ ਕਿ ਉਹਦੀ ਮਾਂ ਜਿਹੜੀ ਹੈ ਬੜੇ ਮੰਦੇ ਹਾਲ ਵਿੱਚ ਆ ਰਹੀ ਹੈ। ਕਹਿੰਦੇ ਕਿ ਅੱਡੀ ਖੇੜਿਆਂ ਨਾਲ ਬੇਹੋਸ਼ ਹੋਈ ਉਸ ਨੂੰ ਨਜ਼ਰ ਨਾ ਆਉਂਦੀ ਖਾਰ ਕੰਢੇ। ਕਹਿੰਦੇ ਕਿ ਉਹ ਉਸ ਸਫ਼ਰ ਦੇ ਵਿੱਚ ਡਿੱਗਦੀ ਢਹਿੰਦੀ ਆ ਰਹੀ ਹੈ, ਉਹਦੇ ਜਿਹੜੀਆਂ ਪੈਰਾਂ ਨੂੰ ਠੇਡਾ ਲੱਗ ਰਿਹਾ ਹੈ ਤੇ ਉਹ ਰਸਤੇ ਦੀਆਂ ਤਕਲੀਫਾਂ ਰੁਕਾਵਟਾਂ ਕੰਢਿਆਂ ਨੂੰ ਪਾਰ ਕਰਦੀ ਹੋਈ ਆ ਰਹੀ ਹੈ। ਪੂਰਨ ਵੇਖ ਕੇ ਸਹਿ ਨਾ ਸਕਿਆ ਹੀ ਰੋਈ ਉੱਠਿਆ ਹੋਈ ਹੈਰਾਨ ਬੰਦੇ। ਹੁਣ ਆਪਣੀ ਮਾਂ ਦੀ ਪੋਜੀਸ਼ਨ ਜਿਹੜੀ ਹੈ ਕਿਸ ਤਰ੍ਹਾਂ ਉਹ ਅੰਨੀ ਹੈ ਤੇ ਉਹ ਡਿੱਗਦੀ ਢਹਿੰਦੀ ਉਹਨੂੰ ਮਿਲਣ ਆ ਰਹੀ ਹੈ ਤੇ ਜਦੋਂ ਉਹਨੇ ਅੰਤਰ ਧਿਆਨ ਹੋ ਕੇ ਵੇਖਿਆ ਤੇ ਉਹਦੇ ਕੋਲ ਆਪਣੀ ਮਾਂ ਦਾ ਦੁੱਖ ਜਿਹੜਾ ਸਹਿਣ ਨਹੀਂ ਹੋ ਸਕਿਆ ਤੇ ਉਹ ਚਿਲਾ ਉੱਠਿਆ, ਮਤਲਬ ਰੋ ਉੱਠਿਆ। ਜਦੋਂ ਉਹ ਰੋ ਉੱਠਿਆ ਇੱਕਦਮ ਉੱਠ ਗਿਆ ਤੇ ਜਿਹੜੀ ਲਾਗੇ ਸੰਗਤ ਬੈਠੀ ਸੀ ਉਹਨੂੰ ਮਿਲਣ ਵਾਸਤੇ
ਜਾਂ ਉਹਦੇ ਪ੍ਰਵਚਨ ਸੁਣਨ ਵਾਸਤੇ ਜਾਂ ਆਪਣਾ ਕੋਈ ਦੁੱਖ ਦੱਸਣ ਵਾਸਤੇ ਜਿਹੜੇ ਲੋਕੀ ਬੈਠੇ ਸੀ ਉਹ ਹੈਰਾਨ ਹੋ ਗਏ ਕਿ ਸਾਧੂ ਨੂੰ ਕੀ ਹੋ ਗਿਆ ਵੈ। ਠੀਕ ਹੈ। ਫਿਰ ਕਹਿੰਦੇ ਕਾਦਰ ਯਾਰ ਮੀਆਂ ਅੱਗੋਂ ਉੱਠ ਪੂਰਨ, ਦੇਖਾਂ ਕਿਸ ਤਰ੍ਹਾਂ ਮਾਂ ਦੇ ਦਰਦ ਵੰਡੇ। ਫਿਰ ਕਾਦਰ ਯਾਰ ਕਹਿੰਦਾ ਹੈ ਕਿ ਮਤਲਬ ਅੱਗੇ ਹੀ ਵੇਖਦੇ ਆ ਕਿ ਕਿਸ ਤਰ੍ਹਾਂ ਪੂਰਨ ਭਗਤ ਨੇ ਆਪਣੀ ਮਾਤਾ ਅੰਨੀ ਮਾਤਾ ਇਸ਼ਰਾ ਦੇ ਦੁੱਖ ਨੂੰ ਵੰਡਿਆ। ਠੀਕ ਹੈ। ਇਹਦੇ ਵਿੱਚ ਬੇਟਾ ਹੀ ਪ੍ਰਸੰਗ ਉੱਪਰ ਉਪਰੋਕਤੀ ਕਰਾਂਗੇ ਤੇ ਵਿਆਖਿਆ ਇਸ ਤਰ੍ਹਾਂ ਹੈ। ਕਹਿੰਦੇ ਕਾਦਰ ਯਾਰ ਲਿਖਦਾ ਹੈ ਕਿ ਪੂਰਨ ਨੇ ਮੁੜ ਕੇ ਨਜ਼ਰ ਭਰ ਕੇ ਵੇਖਿਆ, ਕਹਿਣ ਦਾ ਮਤਲਬ ਆਪਣੀ ਅੰਤਰ ਆਤਮਾ ਆਪਣੀ ਅੰਤਰ ਦ੍ਰਿਸ਼ਟੀ ਤੋਂ ਵੇਖਿਆ ਕਿ ਉਸ ਦੀ ਮਾਤਾ ਬੜੀ ਮੰਦੀ ਹਾਲ ਵਿੱਚ ਉਸ ਵੱਲ ਆ ਰਹੀ ਹੈ ਤੇ ਰਾਹ ਵਿੱਚ ਠੇਡੇ ਖਾਣ ਕਰਕੇ ਬੇਹੋਸ਼ ਜਿਹੀ ਹੋ ਗਈ ਸੀ, ਕਿਉਂਕਿ ਅੰਨੀ ਹੋਣ ਕਾਰਨ ਉਸ ਨੂੰ ਰਸਤੇ ਵਿਚਲੀਆਂ ਰੁਕਾਵਟਾਂ, ਪੱਥਰ ਤੇ ਕੰਢੇ ਦਿਖਾਈ ਨਹੀਂ ਦੇ ਰਹੇ। ਮਾਂ ਦੀ ਅਜਿਹੀ ਹਾਲਤ ਵੇਖ ਕੇ ਪੂਰਨ ਬਰਦਾਸ਼ਤ ਨਾ ਕਰ ਸਕਿਆ ਤੇ ਉਹ ਰੋਂਦਾ ਹੋਇਆ ਉੱਠ ਪਿਆ। ਕਹਿਣ ਦਾ ਮਤਲਬ ਸਮਾਧੀ ਲਾ ਕੇ ਬੈਠਾ ਹੀ, ਲੋਕਾਂ ਵਿੱਚ ਪ੍ਰਚਾਰ ਕਰ ਰਿਹਾ ਸੀ ਤੇ ਉਹ ਕੀ ਹੋਇਆ ਕਿ ਉੱਠ ਗਿਆ। ਪੂਰਨ ਦੀ ਇਹ ਹਾਲਤ ਵੇਖ ਕੇ ਉਸ ਜਗ੍ਹਾ ਤੇ ਮੌਜੂਦ ਲੋਕ ਬਹੁਤ ਹੈਰਾਨ ਹੋਏ। ਫਿਰ ਕਹਿੰਦੇ ਕਾਦਰ ਯਾਰ ਕਵੀ ਕਹਿੰਦਾ ਹੈ ਕਿ ਵੇਖੋ ਪੂਰਨ ਕਿਸ ਤਰ੍ਹਾਂ ਆਪਣੀ ਅੰਨੀ ਮਾਂ ਦਾ ਦਰਦ ਵਡਾਉਂਦਾ ਹੈ। ਠੀਕ ਹੈ ਬੇਟਾ। ਹੁਣ ਈੜੀ ਭਾਗ ਤੇ ਹੈਗਾ, ਕਹਿੰਦੇ ਕਿ ਵਾਓ ਵਰਤਿਆ ਕੀ ਤੇਰੇ ਨਾਲ ਮਾਤਾ, ਪੂਰਨ ਆਖਦਾ ਦੱਸ ਸਾਂ ਸਾਰ ਮੈਨੂੰ। ਫਿਰ ਜਦੋਂ ਪੂਰਨ ਭਗਤ ਦੀ ਮਾਂ ਆ ਜਾਂਦੀ ਹੈ, ਸਾਰੇ ਲੋਕਾਂ ਦੇ ਵਿੱਚ ਬਹਿ ਜਾਂਦੀ ਹੈ ਤੇ ਪੂਰਨ ਭਗਤ ਨੂੰ ਵੀ ਪਤਾ ਹੈ ਕਿ ਇਹ ਮੇਰੀ ਮਾਂ ਹੈ। ਠੀਕ ਹੈ। ਪਰ ਇਹ ਜਿਹੜੀ ਸਾਨੂੰ ਦੱਸਣਾ ਚਾਹੁੰਦਾ ਕਿ ਕਿਸ ਤਰ੍ਹਾਂ ਉਹਨਾਂ ਨੇ ਜੱਜ ਕੀਤਾ ਕਿ ਅਸੀਂ ਦੋਨੇ ਮਾਂ ਪੁੱਤਰ ਆ। ਠੀਕ ਹੈ। ਫਿਰ ਕਵੀ ਕਹਿੰਦਾ ਹੈ ਕਿ ਜਦੋਂ ਉਹਦੀ ਮਾਂ ਆ ਜਾਂਦੀ ਹੈ ਪੂਰਨ ਭਗਤ ਕੋਲ ਤੇ ਪੂਰਨ ਭਗਤ ਉਹਨੂੰ ਪੁੱਛਦਾ ਹੈ ਕਿ ਮਾਂ ਜੋ ਵੀ ਤੇਰੇ ਨਾਲ ਹੋਇਆ ਮੈਨੂੰ ਸਾਰੀ ਕਹਾਣੀ ਦੱਸ ਕਿ ਤੇਰੇ ਨਾਲ ਕੀ ਭਾਣਾ ਵਰਤਿਆ, ਤੇਰੇ ਤੇ ਕਿਹੜੀ ਮੁਸੀਬਤ ਆਈ ਹੈ। ਤੇਰੇ ਰੋਂਦੀ ਦੇ ਨੈਣ ਬਸੀਰ ਹੋਏ ਨਜ਼ਰ ਆਉਂਦਾ ਏ ਅਜ਼ਾਰ ਮੈਨੂੰ। ਫਿਰ ਕਹਿੰਦਾ ਪੂਰਨ ਕਹਿੰਦਾ ਕਿ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਤੂੰ ਰੋ ਰੋ ਕੇ ਆਪਣੀਆਂ ਅੱਖੀਆਂ ਜਿਹੜੀਆਂ ਅੰਨੀਆਂ ਕਰ ਲਈਆਂ, ਮੈਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਪਿਆ। ਠੀਕ ਹੈ। ਮਾਤਾ ਆਖਦੀ ਦੁੱਖ ਨਾ ਫੋਲ ਬੇਟਾ, ਪਿਆ ਪੁੱਤਰ ਵਿਰਾਗ ਗੱਬਾਰ ਮੈਨੂੰ। ਕਹਿੰਦੀ ਕਿ ਮਾਂ ਫਿਰ ਇਸ ਤਰ੍ਹਾਂ ਮਾਤਾ ਕਹਿੰਦੀ ਹੈ ਕਿ ਮਾਂ ਇਹ ਬੇਟਾ ਤੂੰ ਮੇਰੇ ਨਾ ਦੁੱਖ ਨਾ ਫੋਲ, ਕਿਉਂਕਿ ਮੈਨੂੰ ਆਪਣੇ ਪੁੱਤਰ ਦੇ ਵਿਛੋੜੇ ਦਾ ਗਮ ਲੱਗਾ ਹੋਇਆ ਹੈ। ਕਾਦਰ ਯਾਰ ਬੁਰੇ ਦੁੱਖ ਪੁੱਤਰਾਂ ਦੇ, ਗਿਆ ਦਰਦ ਵਿਛੋੜੇ ਦਾ ਮਾਰ ਮੈਨੂੰ। ਫਿਰ ਕਵੀ ਕਹਿੰਦਾ ਹੈ ਕਿ ਮਾਤਾ ਇਸ਼ਰਾ ਕਹਿੰਦੀ ਹੈ ਕਿ ਪੁੱਤਰ ਦਾ ਵਿਛੋੜਾ ਜਿਹੜਾ ਬੜਾ ਹੀ ਭੈੜਾ ਦਰਦ ਹੁੰਦਾ ਹੈ ਤੇ ਇਸੇ ਦਰਦ ਨੇ ਮੈਨੂੰ ਮਾਰ ਛੱਡਿਆ। ਠੀਕ ਹੈ। ਇਹਦੇ ਵਿੱਚ ਵੀ ਪ੍ਰਸੰਗ ਉਪਰੋਕਤ ਕਰਾਂਗੇ ਤੇ ਵਿਆਖਿਆ ਸਾਡੀ ਇਸ ਤਰ੍ਹਾਂ ਹੈ। ਕਹਿੰਦੇ ਕਵੀ ਕਹਿੰਦਾ ਹੈ ਕਿ ਪੂਰਨ ਆਪਣੀ ਮਾਂ ਦਾ ਦੁੱਖ ਵਡਾਉਂਦਾ ਹੋਇਆ ਉਸ ਨੂੰ ਪੁੱਛਦਾ ਹੈ ਕਿ ਉਸ ਨਾਲ ਕੀ ਗੁਜ਼ਰੀ ਹੈ, ਜਰਾ ਉਸ ਨੂੰ ਪੂਰਾ ਹਾਲ ਦੱਸੇ। ਉਸ ਨੂੰ ਵੇਖ ਕੇ ਇਹ ਲੱਗਦਾ ਹੈ ਕਿ ਉਹ ਬਹੁਤ ਦੁਖੀ ਹੈ ਤੇ ਉਸ ਦੀਆਂ ਅੱਖਾਂ ਰੋ ਰੋ ਕੇ ਅੰਨੀਆਂ ਹੋ ਗਈਆਂ ਹਨ। ਮਾਤਾ ਇਸ਼ਰਾ ਨੇ ਪੂਰਨ ਨੂੰ ਕਿਹਾ ਕਿ ਉਹ ਉਸ ਦਾ ਦੁੱਖ ਨਾ ਫੋਲੇ ਤਾਂ ਚੰਗਾ ਹੈ। ਪੁੱਤਰ ਦੇ ਵਿਛੋੜੇ ਕਾਰਨ ਉਸ ਲਈ 4 ਸੁਪੇਰੇ ਹੀ ਹਨੇਰਾ ਪੈ ਗਿਆ ਹੈ। ਕਾਦਰ ਯਾਰ ਕਵੀ ਕਹਿੰਦਾ ਹੈ ਕਿ ਉਸ ਨੇ ਕਿਹਾ ਕਿ ਪੁੱਤਰਾਂ ਦੇ ਦੁੱਖ ਬੜੇ ਬੁਰੇ ਹੁੰਦੇ ਨੇ। ਕਿਸ ਨੇ ਕਿਹਾ? ਮਾਤਾ ਇਸ਼ਰਾ ਨੇ ਕਿਹਾ। ਠੀਕ ਹੈ। ਕਵੀ ਦੇ ਥਰੂ ਕਿਹਾ ਕਿ ਪੁੱਤਰ ਦੇ ਦੁੱਖ ਬਹੁਤ ਬੁਰੇ ਹੁੰਦੇ ਹਨ ਤੇ ਇਸ ਦੁੱਖ ਨੇ ਉਸ ਨੂੰ ਮਾਰ ਦਿੱਤਾ ਹੈ। ਠੀਕ ਹੈ ਬੇਟਾ। ਫਿਰ ਕਹਿੰਦੇ ਹੈ ਹੱਥ ਨਹੀਂ ਆਉਂਦੇ ਮੋਏ ਮਾਤਾ, ਪੂਰਨ ਆਖਦਾ ਮਾਈ ਤੂੰ ਰੋਈ ਨਹੀਂ। ਫਿਰ ਜਦੋਂ ਪੂਰਨ ਸਾਰੀ ਗੱਲ ਸੁਣਦਾ ਆਪਣੀ ਮਾਂ ਦੀ ਤੇ ਉਹ ਕਹਿੰਦਾ ਕਿ ਹੇ ਮਾਤਾ ਤੇ ਤੂੰ ਨਾ ਰੋਇਆ ਕਰ, ਕਿਉਂਕਿ ਜਿਹੜੇ ਮਰ ਜਾਂਦੇ ਨੇ ਉਹ ਵਾਪਸ ਨਹੀਂ ਆਉਂਦੇ। ਅਰਜਨ ਦਾਸ ਜਿਹੇ 2.5 ਮਾਰ ਗਏ, ਬਣਿਆ ਇੱਕ ਅਭਿਮਨਯੂ ਕੋਈ ਨਹੀਂ। ਕਹਿੰਦੇ ਕਿ ਅਰਜਨ ਦਾ ਜਿਹੜਾ ਬੇਟਾ ਅਭਿਮਨਯੂ ਜਦੋਂ ਯੁੱਧ ਵਿੱਚ ਮਾਰਿਆ ਗਿਆ ਸੀ ਤੇ ਅਰਜੁਨ ਬੜਾ ਉੱਚੀ ਉੱਚੀ ਢਾਹਾਂ ਮਾਰ ਕੇ ਰੋਇਆ ਸੀ। ਤੇ ਫਿਰ ਕਹਿੰਦੇ ਕਿ ਉਸ ਵਰਗਾ ਦੁਨੀਆ ਤੇ ਅਭਿਮਨਯੂ ਵਰਗਾ ਕੋਈ ਵੀ ਬੰਦਾ ਦੁਨੀਆ ਤੇ ਪੈਦਾ ਨਹੀਂ ਹੋਇਆ। ਫਿਰ ਕਹਿੰਦੇ ਕਹਿਣ ਨੂੰ ਨਹੀਂ ਲੱਗੇ ਸਲ ਪੁੱਤਰਾਂ ਦੇ, ਮਾਤਾ ਤੂੰ ਦਿਲਗੀਰ ਵੀ ਹੋਈ ਨਹੀਂ। ਫਿਰ ਕਹਿੰਦੇ ਕਿ ਮੈਨੂੰ ਦੱਸ ਮਾਤਾ ਕਿਹੜਾ ਇਨਸਾਨ ਹੈ ਜਿਹਨੂੰ ਪੁੱਤਰਾਂ ਦਾ ਗਮ ਨਹੀਂ ਹੁੰਦਾ, ਤੇ ਤੂੰ ਆਪਣੇ ਆਪ ਨੂੰ ਹੌਸਲਾ ਰੱਖ ਤੇ ਰੋ ਨਾ। ਠੀਕ ਹੈ। ਫਿਰ ਕਾਦਰ ਯਾਰ ਦਲੇਰੀਆਂ ਦੇ ਪੂਰਨ ਗਮਖਾਰ ਫਤਨ ਹੋਈ
ਖਪਤ ਹੋਈ ਨਹੀਂ। ਫਿਰ ਕਹਿੰਦੇ ਕਾਦਰ ਯਾਰ ਕਹਿੰਦਾ ਹੈ ਕਿ ਇਸ ਤਰ੍ਹਾਂ ਉਹਨੇ ਬੜੀਆਂ ਦਲੇਰੀਆਂ ਦਿੱਤੀਆਂ ਤੇ ਜਿਹੜਾ ਕਿ ਤੈਨੂੰ ਕਿਸੇ ਪੂਰਨ ਭਗਤ ਨੇ ਕਿਹਾ ਕਿ ਤੈਨੂੰ ਕਿਸੇ ਵੀ ਗਮ ਦੀ ਲੋੜ ਨਹੀਂ ਹੈ, ਤੂੰ ਨਾ ਦੁਖੀ ਹੋ, ਤੂੰ ਰੋਇਆ ਨਾ ਕਰ, ਕਿਉਂਕਿ ਹਰ ਇੱਕ ਇਨਸਾਨ ਨੂੰ ਪੁੱਤਰਾਂ ਦੇ ਦੁੱਖ ਲੱਗੇ ਨੇ, ਠੀਕ ਹੈ। ਤੇ ਕੋਈ ਵੀ ਇਸ ਦੁੱਖ ਤੋਂ ਜਿਹੜਾ ਮਤਲਬ ਛੁਟਕਾਰਾ ਨਹੀਂ ਪਾਇਆ। ਜਿਸ ਤਰ੍ਹਾਂ ਕਿ ਮਹਾਨ ਅਰਜਨ ਦੇਵ ਜੀ ਨੇ ਅਰਜਨ ਹੀ ਜਿਹੜਾ ਉਹਨੂੰ ਵੀ ਆਪਣੇ ਪੁੱਤਰ ਅਭਿਮਨਿਊ ਦਾ ਜਿਹੜਾ ਹੀ ਗਮ ਲੱਗਾ ਸੀ, ਠੀਕ ਹੈ। ਫਿਰ ਕਹਿੰਦਾ ਕਿ ਤੂੰ ਦੁੱਖ ਨਾ ਹੋ। ਇਹਦੇ ਵਿੱਚ ਪ੍ਰਸੰਗ ਅਸੀਂ ਪ੍ਰੋਕਿਤ ਕਰਾਂਗੇ ਤੇ ਸਾਡੀ ਵਿਆਖਿਆ ਹੈ। ਕਾਦਰ ਯਾਰ ਕਵੀ ਕਹਿੰਦਾ ਹੈ ਕਿ ਪੂਰਨ ਆਪਣੀ ਮਾਂ ਨੂੰ ਦਲੇਰੀ ਦਿੰਦਾ ਹੋਇਆ ਕਹਿੰਦਾ ਹੈ ਕਿ ਉਹ ਰੋਵੇ ਨਾ, ਕਿਉਂਕਿ ਮਰੇ ਹੋਏ ਮੁੜ ਹੱਥ ਨਹੀਂ ਆਉਂਦੇ। ਅਰਜਨ ਵਰਗਾ ਯੋਧਾ ਵੀ ਢਾਹਾਂ ਮਾਰ ਕੇ ਰੋਇਆ ਸੀ, ਕਿਉਂਕਿ ਉਸਦੇ ਪੁੱਤਰ ਅਭਿਮਨਿਊ ਦੇ ਜੰਗ ਵਿੱਚ ਮਰਨ ਮਗਰੋਂ ਕੋਈ ਹੋਰ ਅਭਿਮਨਿਊ ਵਰਗਾ ਨਹੀਂ ਹੋਇਆ। ਇਸ ਲਈ ਉਸ ਨੂੰ ਰੋਣਾ ਨਹੀਂ ਚਾਹੀਦਾ, ਕਿਉਂਕਿ ਅਜਿਹਾ ਕੋਈ ਬੰਦਾ ਨਹੀਂ ਜਿਸ ਨੂੰ ਪੁੱਤਰ ਦਾ ਦੁੱਖ ਨਾ ਲੱਗਾ ਹੋਵੇ। ਕਾਦਰ ਯਾਰ ਕਵੀ ਕਹਿੰਦਾ ਹੈ ਕਿ ਪੂਰਨ ਆਪਣੀ ਮਾਂ ਨੂੰ ਦਲੇਰੀ ਦਿੰਦਾ ਹੋਇਆ ਕਹਿ ਰਿਹਾ ਹੈ ਕਿ ਉਹ ਗਮ ਨੂੰ ਬਰਦਾਸ਼ਤ ਕਰੇ ਤੇ ਦੁਖੀ ਨਾ ਹੋਵੇ। ਫਿਰ ਕਹਿੰਦਾ ਹੈ ਅੱਗੇ ਸੋਭਾਗ ਤੇ ਕਹਿੰਦੇ ਕਿ ਲਾਮ ਲਈ ਆਵਾਜ਼ ਪਛਾਣ ਮਾਤਾ, ਸੱਚ ਆਖ ਬੇਟਾ ਕਿੱਥੋਂ ਆਇਆ ਏ। ਫਿਰ ਜਦੋਂ ਉਹਦੀ ਮਾਂ ਜਿਹੜੀ ਹੈ ਪੂਰਨ ਭਗਤ ਜਦੋਂ ਉਹਨੂੰ ਦਲੇਰੀਆਂ ਦਿੰਦਾ ਹੈ ਤੇ ਉਹਦੀ ਆਵਾਜ਼ ਨੂੰ ਪਛਾਣਦੀ ਹੈ ਤੇ ਉਹਨੂੰ ਕਹਿੰਦੀ ਹੈ ਕਿ ਤੂੰ ਸੱਚ ਦੱਸ ਬੇਟਾ, ਤੂੰ ਕਿੱਥੋਂ ਆਇਆ ਮੈਂ, ਕਿਹੜਾ ਮੁਲਕ ਤੇਰਾ, ਕਿਹਦਾ ਪੁੱਤਰ ਹੈ ਤੂੰ, ਕਿਹੜੀ ਮਾਈ ਕਰਮਾਂ ਵਾਲੀ ਜਾਇਆ ਈ। ਫਿਰ ਕਹਿੰਦੀ ਤੂੰ ਮੈਨੂੰ ਸੱਚ ਸੱਚ ਗੱਲ ਦੱਸ ਕਿ ਤੇਰਾ ਕਿਹੜਾ ਦੇਸ਼ ਹੈ ਤੇ ਤੂੰ ਕਿਹਦਾ ਪੁੱਤਰ ਹੈ ਤੇ ਤੈਨੂੰ ਕਿਹੜੀ ਕਰਮਾਂ ਵਾਲੀ ਮਾਂ ਨੇ ਪੈਦਾ ਕੀਤਾ ਹੈ। ਅੱਖੀ ਦਿਸੇ ਤਾਂ ਸੂਰਤੋਂ ਲੱਭ ਲਵਾਂ, ਬੋਲੀ ਵੱਲੋਂ ਤਾਂ ਪੁੱਤਰ ਪਰਤਾਇਆ ਹੈ। ਕਹਿੰਦੇ ਕਿ ਜੇ ਮੈਨੂੰ ਅੱਖੀ ਦਿਖਦਾ ਹੁੰਦਾ ਤੇ ਮੈਂ ਤੇਰੀ ਸੂਰਤ ਵੇਖ ਕੇ ਪਹਿਚਾਣ ਲੈਂਦੀ ਕਿ ਤੂੰ ਕੌਣ ਹੈ, ਠੀਕ ਹੈ। ਪਰ ਜਿਹੜੀ ਤੇਰੀ ਬੋਲੀ ਹੈ ਉਹ ਮੈਨੂੰ ਸੁਣ ਕੇ ਇਸ ਤਰ੍ਹਾਂ ਲੱਗ ਰਿਹਾ ਕਿ ਜਿਵੇਂ ਪਰਮਾਤਮਾ ਨੇ ਮੇਰਾ ਬੇਟਾ ਮੈਨੂੰ ਵਾਪਸ ਕਰ ਦਿੱਤਾ। ਕਾਦਰ ਯਾਰ ਆਖੇ ਦੱਸ ਭੇਤ ਮੈਨੂੰ, ਜਾਂ ਮੈਂ ਭੁੱਲੀ ਜਾਂ ਰੱਬ ਮਿਲਾਇਆ ਏ। ਫਿਰ ਕਾਦਰ ਯਾਰ ਕਵੀ ਕਹਿੰਦਾ ਹੈ ਕਿ ਮਾਤਾ ਇਸ਼ਰਾ ਕਹਿੰਦੀ ਹੈ, ਠੀਕ ਹੈ, ਕਿ ਮੈਨੂੰ ਸਾਰੀ ਭੇਤ ਦੀ ਗੱਲ ਦੱਸ ਕਿ ਜਾਂ ਮੈਨੂੰ ਕੋਈ ਭੁਲੇਖਾ ਪਿਆ ਹੈ ਕਿ ਜਾਂ ਪਰਮਾਤਮਾ ਨੇ ਫਿਰ ਤੋਂ ਮੇਰਾ ਬੇਟਾ ਮੈਨੂੰ ਮਿਲਾ ਦਿੱਤਾ ਹੈ। ਇਹਦੇ ਵਿੱਚ ਉਪਰੋਕਤ ਪ੍ਰਸੰਗ ਸਾਡਾ ਹੈਗਾ ਤੇ ਵਿਆਖਿਆ ਇਸ ਤਰ੍ਹਾਂ ਹੈ। ਕਵੀ ਕਹਿੰਦਾ ਹੈ ਕਿ ਜਦੋਂ ਪੂਰਨ ਮਾਤਾ ਇਸ਼ਰਾ ਨੂੰ ਦਿਲਾਸਾ ਦੇਣ ਵਾਲੀਆਂ ਗੱਲਾਂ ਕਰਦਾ ਹੈ ਤਾਂ ਉਹ ਉਸ ਦੀ ਆਵਾਜ਼ ਨੂੰ ਪਹਿਚਾਣ ਲੈਂਦੀ ਹੈ ਤੇ ਉਹ ਪੂਰਨ ਨੂੰ ਕਹਿੰਦੀ ਹੈ ਕਿ ਮੈਨੂੰ ਸੱਚ ਦੱਸ ਬੇਟਾ ਕਿ ਤੂੰ ਕਿੱਥੋਂ ਆਇਆ ਹੈ, ਤੇਰਾ ਦੇਸ਼ ਕਿਹੜਾ ਹੈ, ਤੂੰ ਕਿਸ ਦਾ ਪੁੱਤਰ ਹੈ ਤੇ ਤੂੰ ਕਿਸ ਕਰਮਾਂ ਵਾਲੀ ਮਾਂ ਦੀ ਕੁੱਖੋਂ ਹੋਇਆ ਹੈ। ਜੇਕਰ ਉਸ ਨੂੰ ਅੱਖਾਂ ਤੋਂ ਦਿਸਦਾ ਹੁੰਦਾ ਤਾਂ ਉਹ ਉਸ ਦੀ ਸੂਰਤ ਵੇਖ ਕੇ ਉਸ ਨੂੰ ਪਛਾਣ ਲੈਂਦੀ, ਪਰ ਉਸ ਦੀ ਬੋਲੀ ਸੁਣ ਕੇ ਉਸ ਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਉਹ ਉਸ ਦਾ ਪੁੱਤਰ ਹੋਵੇ। ਮਾਤਾ ਇਸ਼ਰਾ ਪੂਰਨ ਨੂੰ ਕਹਿੰਦੀ ਹੈ ਕਿ ਉਹ ਉਸ ਨੂੰ ਭੇਤ ਦੀ ਗੱਲ ਦੱਸੇ ਕਿ ਕੀ ਰਾਜ ਹੈ, ਭੇਤ ਦੀ ਗੱਲ ਦੱਸੇ ਕਿ ਉਸਨੇ ਉਸ ਨੂੰ ਪਛਾਣਨ ਵਿੱਚ ਕੋਈ ਗਲਤੀ ਕੀਤੀ ਹੈ ਜਾਂ ਰੱਬ ਨੇ ਉਸ ਨੂੰ ਉਸ ਦੇ ਪੁੱਤਰ ਨਾਲ ਮਿਲਾ ਦਿੱਤਾ ਹੈ। ਠੀਕ ਹੈ ਬੇਟਾ, ਇਸ ਤਰ੍ਹਾਂ ਸਾਡਾ ਜਿਹੜਾ ਮਾਂ ਪੁੱਤਰ ਦਾ ਮਿਲਾਪ ਜਾਂ ਮਾਂ ਪੁੱਤਰ ਦਾ ਮੇਲ ਜਿਹੜਾ ਸਿਰਲੇਖ ਹੀ ਉਹ ਕੰਪਲੀਟ ਹੋ ਗਿਆ। ਤੇ ਬੇਟਾ ਨੈਕਸਟ ਕੁਐਸਚਨ ਤੁਹਾਨੂੰ ਇਹ ਆ ਸਕਦਾ ਇਹਦਾ ਕੇਂਦਰੀ ਭਾਵ, ਠੀਕ ਹੈ, ਜਿਹੜਾ ਕਿ ਅਸੀਂ ਇਸ ਤਰ੍ਹਾਂ ਲਿਖਿਆ ਹੈ। ਕਹਿੰਦੇ ਕਿ ਜਦੋਂ ਸਿਆਲਕੋਟ ਦੇ ਵੀਰਾਨ ਹੋਏ ਬਾਗ ਪੂਰਨ ਭਗਤ ਦੇ ਬਾਗ ਵਿੱਚ ਆਉਣ ਕਾਰਨ ਹਰੇ ਭਰੇ ਹੋ ਗਏ ਤਾਂ ਚਾਰੇ ਪਾਸੇ ਉਸ ਦੀ ਪ੍ਰਸਿੱਧੀ ਫੈਲ ਗਈ। ਜਿਸ ਨੂੰ ਸੁਣ ਕੇ ਮਾਤਾ ਇਸ਼ਰਾ ਵੀ ਡਿੱਗਦੀ ਢਹਿੰਦੀ ਉਸ ਨੂੰ ਮਿਲਣ ਲਈ ਆਉਂਦੀ ਹੈ ਤੇ ਉਸ ਦੀ ਆਵਾਜ਼ ਤੋਂ ਪਹਿਚਾਣ ਲੈਂਦੀ ਹੈ। ਪੂਰਨ ਭਗਤ ਨੇ ਸਾਰੀ ਅਸਲੀਅਤ ਮਾਤਾ ਇਸ਼ਰਾ ਨੂੰ ਦੱਸੀ ਤੇ ਪੂਰਨ ਭਗਤ ਤੇ ਸੁਹਣ ਨਾਲ ਉਸ ਦੀ ਨਜ਼ਰ ਪਰਤ ਆਈ ਤੇ ਇਸ ਤਰ੍ਹਾਂ ਮਾਂ ਪੁੱਤਰ ਦਾ ਮੇਲ ਹੋ ਗਿਆ। ਠੀਕ ਹੈ ਬੇਟਾ, ਤੇ ਇਹਨੂੰ ਅੱਛੀ ਤਰ੍ਹਾਂ ਕਰ ਲੈਣਾ। ਨੈਕਸਟ ਵੀਡੀਓ ਵਿੱਚ ਅਸੀਂ ਅਗਲਾ ਟੌਪਿਕ ਲਵਾਂਗੇ। ਤਦ ਤੱਕ ਟੇਕ ਕੇਅਰ।